ਸਤਿ ਸ਼੍ਰੀ ਅਕਾਲ। ਅੱਜ ਆਪਾਂ ਪੜਾਂਗੇ ਜਮਾਤ 10ਵੀਂ ਵਿਸ਼ਾ ਪੰਜਾਬੀ ਸੁਰਜੀਤ ਪਾਤਰ ਸਾਹਿਬ ਦੀ ਗਜ਼ਲ ਕੁਝ ਕਿਹਾ ਤਾਂ। ਤੁਸੀਂ ਵੇਖ ਰਹੇ ਹੋ ਪੰਜਾਬੀ ਅਧਿਆਪਕ ਰਾਜਸਥਾਨ ਬੋਰਡ ਦੇ ਪੰਜਾਬੀ ਵਿਸ਼ੇ ਦਾ ਪਹਿਲਾ YouTube ਚੈਨਲ। ਮੈਂ ਕੁਲਦੀਪ ਸਿੰਘ ਤੁਹਾਡਾ ਸਵਾਗਤ ਹੈ। ਆਓ ਸਭ ਤੋਂ ਪਹਿਲਾਂ ਗਜ਼ਲ ਸੁਣੀਏ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਕੁਝ ਕਿਹਾ ਤਾਂ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਕੁਝ ਕਿਹਾ ਤਾਂ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀਏ ਖਾਮੋਸ਼ ਪੱਥਰ ਦੇ ਪੁੱਤ ਕਰਨਗੇ। ਕੀਏ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀਏ ਖਾਮੋਸ਼ ਪੱਥਰ ਦੇ ਪੁੱਤ ਕਰਨਗੇ। ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ ਸੂਰਜ ਚੜਨ ਲੈਣਗੇ। ਕੁਝ ਕਿਹਾ ਤਾਂ यार मेरे जो इस आस ते मर गए, कि मैं ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ। यार मेरे जो इस आस ते मर गए, कि मैं ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ। ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ। ਕੁਝ ਕਿਹਾ ਤਾਂ ਜੋ ਵਿਦੇਸ਼ਾਂ ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ। ਜੋ ਵਿਦੇਸ਼ਾਂ ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ। ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਗੀਤ ਦੀ ਮੌਤ
इस रात जे हो गई मेरा जीना मेरे यार किज सैनगी। ਤੁਸੀਂ ਸੁਣ ਰਹੇ ਸੀ ਸੁਰਜੀਤ ਪਾਤਰ ਸਾਹਿਬ ਦੁਆਰਾ ਖੁਦ ਆਪਣੇ ਮੁਖਾਰਬੰਦ ਤੋਂ ਗਾਈ ਹੋਈ ਗਜ਼ਲ। ਸਭ ਤੋਂ ਪਹਿਲਾਂ ਲੇਖਕ ਪਰਿਚੈ। ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ ਮਾਤਾ ਗੁਰਬਖਸ਼ ਕੌਰ ਪਿਤਾ ਹਰਭਜਨ ਸਿੰਘ ਦੇ ਘਰ ਪਿੰਡ ਪੱਤੜ ਕਲਾਂ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਉਸਨੇ BA ਪੱਧਰ ਦੀ ਪੜ੍ਹਾਈ ਸਰਕਾਰੀ ਕਾਲਜ ਕਪੂਰਥਲਾ ਤੋਂ ਕੀਤੀ। MA ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੋਲਡ ਮੈਡਲ ਨਾਲ ਹਾਸਲ ਕੀਤੀ। PhD ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਲਿੱਤੀ। ਵੱਖ-ਵੱਖ ਕਾਲਜ ਵਿੱਚ ਪੜ੍ਹਾਉਣ ਉਪਰੰਤ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਵਿੱਚ ਸੇਵਾ ਨਿਭਾਈ। ਅੱਜ ਕੱਲ੍ਹ ਉਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਸੇਵਾਵਾਂ ਨਿਭਾ ਰਿਹਾ ਹੈ। ਉਸ ਦੀ ਕਾਵਕ ਪ੍ਰਤਿਭਾ ਕਰਕੇ ਉਸ ਨੂੰ ਅਨੇਕ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ। ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਉਸ ਦੀ ਕਾਵਿ ਪੁਸਤਕ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਨੂੰ ਇਨਾਮ ਮਿਲ ਚੁੱਕਿਆ ਹੈ। ਉਸ ਨੂੰ ਪਦਮ ਸ੍ਰੀ ਸਰਸਵਤੀ ਪੁਰਸਕਾਰ ਦੇ ਨਾਲ ਭਾਸ਼ਾ ਵਿਭਾਗ ਵੱਲੋਂ ਵੀ ਸ਼ਿਰੋਮਣੀ ਕਵੀ ਐਲਾਨਿਆ ਜਾ ਚੁੱਕਾ ਹੈ। ਕੋਲਾਜ ਹਵਾ ਵਿੱਚ ਲਿਖੇ ਹਰਫ, ਬਿਰਖ ਅਰਜ ਕਰੇ, ਪਤਝੜ ਦੀ ਪਾਜ਼ੇਬ, ਸੁਰਜ਼ਮੀਨ ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਪਾਤਰ ਨੇ ਪੰਜਾਬ ਸੰਕਟ ਬਾਰੇ ਭਾਵਪੂਰਕ ਸ਼ਾਇਰੀ ਰਚੀ ਹੈ। ਕੁਝ ਕਿਹਾ ਤਾਂ ਗਜ਼ਲ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ। ਕਵੀ ਕਹਿੰਦਾ ਹੈ ਕਿ ਜੇਕਰ ਆਪਣੀ ਗਜ਼ਲ ਵਿੱਚ ਸੱਚੀ ਗੱਲ ਕਹੀ ਤਾਂ ਹਨੇਰਾ ਯਾਨੀ ਕਿ ਅਗਿਆਨਤਾ ਫੈਲਾਉਣ ਵਾਲੀਆਂ ਸ਼ਕਤੀਆਂ ਇਸ ਨੂੰ ਬਰਦਾਸ਼ਤ ਨਹੀਂ ਕਰਨਗੀਆਂ, ਪਰ ਜੇਕਰ ਚੁੱਪ ਰਿਹਾ ਤਾਂ ਗਿਆਨਤਾ ਦਾ ਚਾਨਣ ਫੈਲਾਉਣ ਵਾਲੇ ਦੀਵੇ ਚਿਰਾਗ ਰੂਪੀ ਵਿਅਕਤੀ ਮਨੂੰ ਆਪਣੀ ਆਲੋਚਨਾ ਦਾ ਸ਼ਿਕਾਰ ਬਣਾਉਣਗੇ। ਗੀਤ ਦੀ ਮੌਤ ਇਸ ਰਾਤ ਜੋ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਜੇਕਰ ਅਗਿਆਨਤਾ ਦੇ ਹਨੇਰੇ ਦਾ ਪਾਸਾਰ ਕਰਨ ਵਾਲੀ ਰਾਤ ਵਿੱਚ ਮੇਰੇ ਗੀਤ ਦੀ ਮੌਤ ਹੋ ਗਈ, ਅਰਥਾਤ ਉਸ ਨੂੰ ਨਾ ਗਾਇਆ ਗਿਆ, ਤਾਂ ਮੇਰੇ ਦੋਸਤ ਮੇਰੀ ਇਸ ਕਮਜ਼ੋਰੀ ਨੂੰ ਸਹਿਣ ਨਹੀਂ ਕਰ ਸਕਣਗੇ ਅਤੇ ਉਹ ਮੈਨੂੰ ਆਪਣੀ ਆਲੋਚਨਾ ਦਾ ਸ਼ਿਕਾਰ ਬਣਾਉਣਗੇ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਕਵੀ ਕਹਿੰਦਾ ਹੈ ਮੇਰੇ ਦੇਸ਼ ਵਿੱਚ ਸਿਆਸੀ ਲੋਕਾਂ ਦੀਆਂ ਖੁਦਗਰਜ਼ੀਆਂ ਕਾਰਨ ਕਿਸੇ ਨੂੰ ਨਿਆਂ ਨਹੀਂ ਮਿਲਿਆ। ਇਸ ਅਦਾਲਤ ਵਿੱਚ ਲੋਕਾਂ ਦੇ ਝਗੜੇ ਲਮਕਦੇ ਜਾਂਦੇ ਹਨ। ਇਸ ਅਦਾਲਤ ਵਿੱਚ ਆਪਣੇ ਫੈਸਲਿਆਂ ਨੂੰ ਸੁਣਨ ਦੀ ਉਡੀਕ ਵਿੱਚ ਦਰਖਤਾਂ ਵਾਂਗ ਖੜਾ ਵਸਤੂ ਬਣੇ ਲੋਕ ਆਖਰ ਬੁਰੀ ਤਰ੍ਹਾਂ ਸੁੱਕ ਗਏ ਹਨ। ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਉਹਨਾਂ ਨੂੰ ਫੈਸਲੇ ਸੁਣਨ ਲਈ ਹੋੜ ਖੜੇ ਰਹਿਣ ਦਾ ਕੋਈ ਫਾਇਦਾ ਨਹੀਂ। ਉਹ ਇਨਸਾਫ ਦੀ ਆਸ ਲਾ ਕੇ ਚੁੱਪ ਕਰਕੇ ਆਪਣੇ ਉਜੜੇ ਪੁਜੜੇ ਘਰਾਂ ਨੂੰ ਚਲੇ ਜਾਣ। ਯਾਰ ਮੇਰੇ ਜੋ ਇਸ ਆਸ 'ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖਾਂ ਦਾ ਬਣਾਵਾਂਗਾ ਗੀਤ। ਕਵੀ ਕਹਿੰਦਾ ਹੈ ਕਿ ਮੇਰੇ ਦੋਸਤ ਜਿਹੜੇ ਇਸ ਆਸ ਉੱਤੇ ਜ਼ਬਰ ਦਾ ਸ਼ਿਕਾਰ ਹੋ ਕੇ ਮਰ ਗਏ, ਮੈਂ ਉਹਨਾਂ ਦੇ ਦੁੱਖਾਂ ਦਾ ਗੀਤ ਬਣਾ ਕੀ ਦੁਨੀਆ ਨੂੰ ਸੁਣਾਵਾਂਗਾ। ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ। ਜੇਕਰ ਮੈਂ ਚੁੱਪ ਰਿਹਾ ਤੇ ਉਹਨਾਂ ਦੇ ਦੁੱਖਾਂ ਸੰਬੰਧੀ ਕੁਝ ਨਾ ਕਿਹਾ, ਤਾਂ ਮੈਨੂੰ ਡਰ ਹੈ ਕਿ ਉਹ ਅਸੰਤੁਸ਼ਟ ਰੂਹਾਂ ਬਣ ਕੇ ਭਟਕਦੇ ਰਹਿਣਗੇ ਤੇ ਉਹਨਾਂ ਦੀ ਗਤੀ ਨਹੀਂ ਹੋਵੇਗੀ। ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ। ਕਵੀ ਕਹਿੰਦਾ ਹੈ ਕਿ ਮੇਰੇ ਦੇਸ਼ ਵਾਸੀ ਜਿਹੜੇ ਰੋਜ਼ੀ ਦੀ ਖਾਤਰ ਵਿਦੇਸ਼ਾਂ ਵਿੱਚ ਗਏ ਹਨ, ਜਦੋਂ ਕਦੀ ਆਪਣੇ ਦੇਸ਼ ਨੂੰ ਪਰਤਣਗੇ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਤਾਂ ਕਈਆਂ ਦੇ ਪਰਤਦਿਆਂ ਨੂੰ ਉਹਨਾਂ ਦੀ ਮਾਂ ਦਾ ਸਿਵਾ ਬਲ ਰਿਹਾ ਹੋਵੇਗਾ ਤੇ ਕਈ ਮਾਪਿਆਂ ਦੀਆਂ ਕਬਰਾਂ ਵਿੱਚ ਉੱਗੇ ਰੁੱਖਾਂ ਹੇਠ ਬੈਠੇ ਕਿਸੇ ਨਿਰਾਸਤਾ ਵਿੱਚ ਡੁੱਬ ਕੇ ਰਹਿ ਜਾਣਗੇ। ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ। ਕਵੀ ਆਖਦਾ ਹੈ ਸਾਡੇ ਦੇਸ਼ ਵਿੱਚ ਹੰਕਾਰੇ ਹੋਏ ਸਿਆਸੀ ਲੀਡਰਾਂ ਦੇ ਜ਼ਬਰ ਜ਼ੁਲਮ ਫੈਲਾ ਕੇ ਖਾਮੋਸ਼ ਪੱਥਰ ਦੇ ਬੁੱਤ ਬਣ ਕੇ ਰਹਿਣ ਵਾਲੇ ਹਾਕਮਾਂ ਜੋ ਹੰਕਾਰ ਨਾਲ ਭਰੇ ਹੋਏ ਨੇ, ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ ਸੂਰਜ ਚੜਨ ਲੈਣਗੇ। ਇਹਨਾਂ ਦੀ ਸਿਆਸੀ ਚਾਲਾਂ ਦੇ ਸਿੱਟੇ ਵਜੋਂ ਫਾਂਸੀ ਉੱਪਰ ਟੰਗੇ ਜਾਣ ਵਾਲਿਆਂ ਨੂੰ ਕੋਈ ਨਹੀਂ ਬਚਾ ਸਕਦਾ, ਕਿਉਂਕਿ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਜਾ ਰਿਹਾ ਹੈ। ਇੱਥੇ ਇਨਸਾਫ ਮਿਲਣ ਦੀ ਆਸ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਰਾਜ ਬਦਲ ਗਿਆ। ਆਖਰ ਸੂਰਜ ਦੇ ਚੜ੍ਹਨ ਲਹਿਣ ਵਾਂਗ ਰਾਜ ਪਲਟਾ ਜ਼ਰੂਰ ਹੀ ਖਾਵੇਗਾ। ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੋ ਮਰਮਰ 'ਚ ਉਕਰੇ ਨੇ ਮਿਟ ਜਾਣਗੇ। ਕਵੀ ਕਹਿੰਦਾ ਹੈ ਕਿ ਵਰਤਮਾਨ ਸਿਆਸੀ ਪ੍ਰਬੰਧ ਨੇ ਜੋ ਆਪਣੇ ਨਾਵਾਂ ਦੇ ਰੰਗਦਾਰ ਚਿੱਤਰ ਬਣਾਏ ਹੋਏ ਨੇ, ਨਾਵਾਂ ਦੀਆਂ ਪੱਟੀਆਂ ਲਾ ਲਾ ਕੇ ਬਣਾਈਆਂ ਹੋਈਆਂ, ਇਹ ਮਿਟ ਜਾਣਗੀਆਂ। ਇਹਨਾਂ ਦੁਆਰਾ ਸੰਗਮਰਮਰ ਵਿੱਚ ਘੜ ਕੇ ਆਪਣੇ ਨਾਵਾਂ ਦੇ ਜੋ ਪੱਥਰ ਲਾਏ ਨੇ, ਇਹ ਸਦਾ ਰਹਿਣੇ ਨਹੀਂ। ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ, ਉਹੀ ਹਮੇਸ਼ਾ ਲਿਖੇ ਰਹਿਣਗੇ। ਪਰੰਤੂ ਲੋਕ ਆਗੂਆਂ ਨੇ ਲੋਕਾਂ ਦੀ ਅਗਵਾਈ ਕਰਦਿਆਂ ਜੋ ਸ਼ਬਦ ਹਵਾ ਵਿੱਚ ਲਿਖ ਦਿੱਤੇ, ਉਹ ਸਦਾ ਕਾਇਮ ਰਹਿਣਗੇ। ਅਰਥਾਤ ਉਹ ਆਪਣੇ ਲੋਕ ਹਿਤਕਾਰੀ ਕੰਮਾਂ ਕਰਕੇ ਸਦਾ ਅਮਰ ਰਹਿਣਗੇ। ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ। ਕਵੀ ਕਹਿੰਦਾ ਹੈ ਕਿ ਉਹ ਸ਼ਾਇਦ ਮੇਰਾ ਵਹਿਮ ਹੈ ਕਿ ਮਰਨ ਮਗਰੋਂ ਰਾਜ ਪਲਟਾ ਖਾਊਗਾ ਤੇ ਮੇਰੀ ਕਬਰ ਉੱਤੇ ਕੋਈ ਦੀਵਾ ਜਗਾਵੇਗਾ। ਅਰਥਾਤ ਮੇਰੇ ਵਿਚਾਰਤਾ ਨੂੰ ਮਾਨਤਾ ਮਿਲੇਗੀ। ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਦੀਵੇ ਬੁਝੇ ਰਹਿਣਗੇ। ਜੇਕਰ ਕਬਰਾਂ ਉੱਪਰ ਇਹੋ ਹੀ ਹਵਾ ਚਲਦੀ ਰਹੀ, ਅਰਥਾਤ ਜ਼ਬਰ ਜ਼ੁਲਮ ਤੇ ਅਨਿਆਂ ਇਸੇ ਤਰ੍ਹਾਂ ਕਾਇਮ ਰਿਹਾ, ਲਗਾਤਾਰ ਹੁੰਦਾ ਰਿਹਾ, ਤਾਂ ਮੈਨੂੰ ਡਰ ਹੈ ਕਿ ਕਬਰਾਂ ਉੱਪਰ ਕੋਈ ਦੀਵਾ ਤਾਂ ਕੀ ਜਗੇਗਾ, ਘਰਾਂ ਵਿੱਚ ਵੀ ਦੀਵੇ ਜਗੜੇ ਨਹੀਂ ਰਹਿਣਗੇ। ਧੰਨਵਾਦ। ਤੁਸੀਂ ਦੇਖ ਰਹੇ ਸੀ ਪੰਜਾਬੀ ਅਧਿਆਪਕ ਰਾਜਸਥਾਨ YouTube ਚੈਨਲ। ਅਗਰ ਪਸੰਦ ਆਇਆ ਹੈ ਤਾਂ ਜ਼ਰੂਰ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਨੂੰ ਵੀ ਕਰਾਓ। ਅਸੀਂ ਲੈ ਕੇ ਹਾਜ਼ਰ ਹੋਵਾਂਗੇ ਇਸ YouTube ਚੈਨਲ ਤੇ ਤੁਹਾਡੇ ਲਈ 6 ਤੋਂ ਲੈ ਕੇ 12ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦਾ ਸਾਰਾ ਮੈਟਰ। ਬਹੁਤ ਬਹੁਤ ਧੰਨਵਾਦ।